ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸੋ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ। ਪਿਆਰ ਨਾਲ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਸੋ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ, ਸਾਰੇ ਆਪਾਂ ਲਾਹੇ ਲੈ ਰਹੇ ਹਾਂ। ਮਹਾਰਾਜ ਪਾਵਨ ਬਚਨ ਕਰਦੇ ਨੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਸੁਣ ਹਰ ਕਥਾ ਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸੋ ਪਾਵਨ ਪਵਿੱਤਰ ਗੁਰਬਾਣੀ ਨੂੰ ਸੁਣ ਕੇ ਸਾਡੇ ਮਨ ਦੀ ਮੈਲ ਲਹਿ ਜਾਂਦੀ ਹੈ ਔਰ ਸਾਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸੋਝੀ ਆ ਜਾਂਦੀ ਹੈ। ਸੋ ਆਓ ਆਪਾਂ ਰਲ ਮਿਲ ਕੇ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਜੋ ਚੱਲ ਰਹੀ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ, ਪਾਵਨ ਬਾਣੀ, ਮੂਲ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀਆਂ 16 ਪੌੜੀਆਂ ਦੀ ਵਿਚਾਰ ਹੋ ਚੁੱਕੀ ਆ। ਆਓ 12ਵੀਂ ਪੌੜੀ ਦੀ ਵਿਚਾਰ ਆਰੰਭ ਕਰੀਏ। ਤੇ ਗੁਰਮੁਖ ਪਿਆਰਿਓ, 16ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਗੁਰਮੁਖ ਭਗਤਾਂ ਦੀ ਮਹਿਮਾ ਬਿਆਨ ਕੀਤੀ ਹੈ, ਜਿਨ੍ਹਾਂ ਨੂੰ ਪੰਚ ਕਿਹਾ ਗਿਆ। ਪੰਚਾਂ ਦੀ ਮਹਿਮਾ ਬਿਆਨ ਕੀਤੀ ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗਿਆਨ ਭਗਤੀ ਕੀਤੀ, ਗੁਰਮਤਿ ਦੇ ਧਾਰਨੀ ਹੋ ਕੇ ਮੰਜ਼ਿਲ ਤੱਕ ਪਹੁੰਚ ਗਏ। ਸੰਸਾਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਰਸਤੇ ਬਣ ਗਏ ਨੇ। ਮਹਾਰਾਜ ਕਹਿੰਦੇ ਨੇ, ਜਿਵੇਂ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਫੁਰਨਾ ਉੱਠਿਆ, ਸ੍ਰਿਸ਼ਟੀ ਬਣ ਗਈ, ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ। ਕੁਝ ਦਰਿਆ ਐਸੇ ਨੇ ਜਿਨ੍ਹਾਂ ਦੇ ਕਿਨਾਰੇ 'ਤੇ ਬੈਠਿਆਂ ਮਨ ਸ਼ਾਂਤ ਹੁੰਦਾ ਹੈ, ਅਤੇ ਕੁਝ ਦਰਿਆ ਐਸੇ ਨੇ ਜਿਨ੍ਹਾਂ ਦੇ ਕਿਨਾਰਿਆਂ 'ਤੇ ਤੁਸੀਂ ਬੈਠ ਵੀ ਨਹੀਂ ਸਕਦੇ, ਅਤੇ ਉਹਨਾਂ ਦਾ ਪਾਣੀ ਗੰਧਲਾ ਹੈ। ਸੋ ਐਸੇ ਦਰਿਆ ਜਿਨ੍ਹਾਂ ਦੇ ਕਿਨਾਰਿਆਂ 'ਤੇ ਬੈਠਣਾ ਵੀ ਔਖਾ ਹੁੰਦਾ, ਉਹਨਾਂ ਦਾ ਪਾਣੀ ਇੰਨਾ ਗੰਦਾ ਹੁੰਦਾ ਹੈ। ਪਰ ਕੁਝ ਐਸੇ ਦਰਿਆ ਨੇ, ਐਸੇ ਸਰੋਵਰ ਨੇ, ਜਿਨ੍ਹਾਂ ਨੂੰ ਆਪਾਂ ਉਚੇਚੇ ਤੌਰ 'ਤੇ ਜਾ ਕੇ ਵੇਖਦੇ ਹਾਂ। ਮਨੁੱਖੀ ਜ਼ਿੰਦਗੀ ਦਾ ਪ੍ਰਵਾਹ ਵੀ ਕੁਝ ਇਸੇ ਪ੍ਰਕਾਰ ਹੈ। ਸਤਿਗੁਰੂ ਜੀ ਪਾਵਨ ਵਚਨ ਕਰਦੇ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇੱਕ ਪਾਸੇ ਬਿਖ ਫਲ ਹੈ ਅਤੇ ਦੂਸਰੇ ਪਾਸੇ ਅੰਮ੍ਰਿਤਮਈ ਫਲ ਹੈ। ਜਾਂ ਇਸ ਪ੍ਰਕਾਰ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਦਾ ਜੀਵਨ ਬਿਖ ਜ਼ਹਿਰ ਨਾਲ ਭਰਿਆ ਹੈ, ਕਾਮ ਕ੍ਰੋਧ ਨਾਲ ਭਰਿਆ ਹੈ। ਕਿਸੇ ਦਾ ਜੀਵਨ ਅੰਮ੍ਰਿਤਮਈ ਹੈ, ਜੀਵਨ ਦੇ ਵਿੱਚ ਨਾਮ ਸਿਮਰਨ ਹੈ, ਦਇਆ ਹੈ, ਪਰਉਪਕਾਰ ਹੈ। ਸੰਸਾਰ ਦੇ ਵਿੱਚ ਕੁਝ ਐਸਾ ਜੀਵਨ ਬਤੀਤ ਕਰਦੇ ਨੇ ਜਿਵੇਂ ਫੁੱਲ ਆ, ਫਲ ਆ, ਅਤੇ ਫੁੱਲ ਹੈ, ਸੁਗੰਧੀ ਆ, ਕੋਮਲਤਾ ਹੈ, ਦਇਆ ਹੈ, ਫਲ ਦੇ ਵਿੱਚ ਰਸ ਹੈ, ਦਾਨ ਬਿਰਤੀ ਹੈ। ਕੋਈ ਪੱਤਿਆਂ ਦੇ ਵਾਂਗ ਹੈ, ਭਾਵ ਦੂਸਰੇ ਨੂੰ ਸੁੱਖ ਦਿੰਦਾ ਹੈ, ਅਤੇ ਕੋਈ ਕੰਡਿਆਂ ਵਰਗਾ ਜੀਵਨ ਬਤੀਤ ਕਰਦਾ ਹੈ, ਭਾਵ ਕਿ ਕਠੋਰ ਹਿਰਦਾ ਹੈ, ਕੁਰਖਤ ਬੋਲਦੇ ਨੇ, ਕਰੂਰ ਹਾਸਾ ਹੈ, ਦੂਸਰਿਆਂ ਨੂੰ ਦੁੱਖ ਦੇ ਕੇ ਹੱਸਣਾ, ਐਸੀ ਬਿਰਤੀ ਦੇ ਮਾਲਕ ਹੁੰਦੇ ਨੇ।
ਤੇ ਅੱਗੇ ਇਹ ਅਸੰਖ ਦੀਆਂ 3 ਪੌੜੀਆਂ ਮਨਮੁਖ ਤੇ ਗੁਰਮੁਖ ਦੇ ਸੁਭਾਅ ਨੂੰ ਦੱਸਦੀਆਂ ਨੇ। ਗਿਆਨ ਭਗਤੀ ਬਾਰੇ ਜਾਣਕਾਰੀ ਦਿੰਦੇ ਆ ਮਹਾਰਾਜ ਆਪਣੀ ਬਣਾਈ ਹੋਈ ਮਰਜ਼ਾਦਾ ਦੇ ਵਿੱਚ ਕਰਮ ਕਰਨ ਵਾਲਿਆਂ ਦੀ ਵੀ ਸੂਝ ਬਖਸ਼ਦੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਭਗਤਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ ਨੇ। ਤੇ ਮਹਾਰਾਜ ਇੱਥੇ ਇੱਕ ਧਰਤੀ ਦੀ ਗੱਲ ਨਹੀਂ ਕਰਦੇ। ਮਹਾਰਾਜ ਕਹਿੰਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਤੇ ਗੁਰਮੁਖ ਪਿਆਰਿਓ ਫਿਰ ਇੱਕ ਯੁੱਗ ਦੀ ਵੀ ਗੱਲ ਨਹੀਂ ਕਰ ਰਹੇ ਮਹਾਰਾਜ। ਯੁੱਗਾਂ ਯੁਗਾਂਤਰਾਂ ਤੋਂ ਜੋ ਕੁਝ ਹੋ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ। ਜਿਵੇਂ ਗਣਿਤ ਦੀ ਦੁਨੀਆ ਦੇ ਵਿੱਚ ਗਿਣਤੀ ਕਰਨ ਲੱਗਿਆਂ 10 ਵਾਰ 1000 ਗਿਣੀਏ ਤਾਂ 10,000 ਤੇ 100,000 ਦਾ 1 ਲੱਖ ਬਣ ਜਾਂਦਾ ਹੈ। 100 ਲੱਖ ਦਾ 1 ਕਰੋੜ ਤੇ 100 ਵਾਰੀ ਕਰੋੜ ਕਹਿ ਲਈਏ ਤਾਂ 1 ਅਰਬ ਤੇ 100 ਅਰਬ ਦਾ ਖਰਬ ਤੇ 100 ਖਰਬ ਦਾ 1 ਨੀਲ ਤੇ 100 ਨੀਲ ਦਾ 1 ਪਦਮ ਬਣਦਾ ਤੇ 100 ਵਾਰੀ ਪਦਮ ਕਹੀਏ ਤਾਂ 1 ਸੰਖ ਬਣਦਾ। ਫਿਰ ਇਸ ਤੋਂ ਅੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆੜਾ ਅੱਖਰ ਲਗਾ ਦਿੱਤਾ ਅਸੰਖ। ਅਸੰਖ ਕੋਈ ਸੰਖਿਆ ਨਹੀਂ, ਕੋਈ ਗਿਣਤੀ ਨਹੀਂ, ਅਣਗਿਣਤ ਹੈ। ਕਿਉਂਕਿ ਯੁੱਗਾਂ ਯੁਗਾਂਤਰਾਂ ਤੋਂ ਜੋ ਸਮਾਂ ਚੱਲਦਾ ਆ ਰਿਹਾ ਉਹਦੇ ਬਾਰੇ ਦੱਸਦੇ ਨੇ। ਕਰੋੜਾਂ ਬ੍ਰਹਮੰਡ ਦੀ ਗੱਲ ਕਰਨੀ ਹੈ, ਇਸ ਲਈ ਕੋਈ ਗਿਣਤੀ ਨਹੀਂ। ਗੁਰੂ ਦੀ ਮੱਤ ਦੇ ਅੰਦਰ ਗਿਆਨ ਭਗਤੀ ਪ੍ਰਵਾਨ ਹੈ ਤੇ ਇਸੇ ਕਰਕੇ ਸਤਿਗੁਰੂ ਜੀ ਗੁਣ ਗਿਆਨ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਇਸ 17ਵੀਂ ਪੌੜੀ ਦੇ ਵਿੱਚ ਕਲਯੁਗੀ ਜੀਵਾਂ ਨੂੰ ਦੱਸ ਰਹੇ ਹਨ ਜੀ। ਅਸੰਖ ਜਪ ਅਸੰਖ ਭਾਉ। ਮਹਾਰਾਜ ਕਹਿੰਦੇ ਅਨੇਕਾਂ ਤਰ੍ਹਾਂ ਦੇ ਜਪ ਨੇ, ਅਨੇਕਾਂ ਜਪ ਕਰਨ ਵਾਲੇ ਨੇ ਜੋ ਆਪਣੀ ਭਾਵਨਾ ਦੇ ਨਾਲ ਜਪਦੇ ਹਨ। ਅਸੰਖ ਪੂਜਾ ਅਸੰਖ ਤਪ ਤਾਉ। ਅਨੇਕਾਂ ਤਰ੍ਹਾਂ ਦੀ ਪੂਜਾ ਹੈ, ਅਨੇਕਾਂ ਤਰ੍ਹਾਂ ਦੇ ਪੂਜਾ ਕਰਨ ਵਾਲੇ ਪੁਜਾਰੀ ਨੇ ਜਿਹੜੇ ਆਪਣੇ ਆਪਣੇ ਢੰਗ ਦੇ ਨਾਲ ਪੂਜਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ ਬਈ ਬਚਨਾਂ ਦੇ ਅਨੁਸਾਰ ਧਿਆਉਣਾ ਹੀ ਪਰਮਾਤਮਾ ਨੂੰ ਪੂਜਾ ਹੁੰਦੀ ਹੈ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਅਨੇਕਾਂ ਤਰ੍ਹਾਂ ਦੇ ਤਪ ਕਰਦੇ ਸਨ ਤੇ ਅਨੇਕਾਂ ਤਰ੍ਹਾਂ ਦੇ ਤਪ ਕਰਨ ਵਾਲੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਤਪ ਕਰਦੇ ਨੇ। ਕੋਈ ਪੁੱਠਾ ਲਟਕਦਾ, ਕੋਈ ਕੰਡਿਆਂ 'ਤੇ ਪਿਆ, ਕੋਈ ਗਰਮੀ ਦੇ ਵਿੱਚ ਧੂਣੀਆਂ ਤਾਪਦਾ ਹੈ। ਪਰ ਸਤਿਗੁਰੂ ਜੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੋਏ। ਮਹਾਰਾਜ ਕਹਿੰਦੇ ਜੇ ਤਪ ਕਰਨਾ ਹੈ ਤਾਂ ਸਭ ਤੋਂ ਸ੍ਰੇਸ਼ਟ ਤਪ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਹੀ ਸ੍ਰੇਸ਼ਟ ਤਪ ਹੈ। ਤੇ ਫਿਰ ਗੁਰੂ ਸ਼ਬਦ ਦੀ ਸੇਵਾ ਕੀ ਆ, ਗੁਰੂ ਦੇ ਸ਼ਬਦ ਦੀ ਵਿਚਾਰ ਕੀ ਹੈ। ਤੇ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਗੁਰ ਕੀ ਸੇਵਾ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਕਰਨੀ ਇਹ ਵੀ ਗੁਰੂ ਦੀ ਸੇਵਾ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਅਨੇਕਾਂ ਗ੍ਰੰਥਾਂ ਦੇ ਰਚਨਾ ਕੀਤੀ ਗਈ। ਜਿਵੇਂ ਨਾਰਦ ਮੁਨੀ ਦੇ ਗ੍ਰੰਥ, ਗੋਰਖ ਦੇ ਗ੍ਰੰਥ, ਤਪੀਸ਼ਰਾਂ ਦੇ, ਜਪੀਆਂ ਦੇ ਤੇ ਬ੍ਰਹਮਾ ਨੇ 4 ਵੇਦ ਉਚਾਰੇ ਨੇ। ਅਨੇਕਾਂ ਗ੍ਰੰਥ ਨੇ ਤੇ ਜਿੰਨੇ ਵੀ ਗ੍ਰੰਥ ਨੇ ਤੇ ਗ੍ਰੰਥਾਂ ਦੇ ਪਾਠ ਕਰਨ ਵਾਲੇ ਵੀ ਅਨੇਕਾਂ ਨੇ ਤੇ ਉਹ ਵੀ ਅਨੇਕਾਂ ਨੇ ਜਿਨ੍ਹਾਂ ਨੇ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ ਕੰਠ ਕੀਤਾ ਹੋਇਆ ਵਾ। ਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਅਨੇਕਾਂ ਉਹਨਾਂ ਗ੍ਰੰਥਾਂ ਨੂੰ ਰਚਣ ਵਾਲੇ ਨੇ, ਅਨੇਕਾਂ ਹੀ ਉਹਨਾਂ ਦਾ ਪਾਠ ਕਰਨ ਵਾਲੇ ਨੇ। ਪਰ ਗ੍ਰੰਥ ਅਨੇਕਾਂ ਨੇ। ਗੱਲ ਯਾਦ ਰੱਖਿਓ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਜਿਹੇ ਗ੍ਰੰਥ ਨੇ ਤੇ ਗੁਰਮੁਖ ਪਿਆਰਿਓ ਜਿਹੜੇ ਏਕਤਾ ਦੇ ਮੁਦਈ ਨੇ। ਸਨਾਤਨ ਧਰਮ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੇ ਵਿੱਚ ਅੱਲਾ ਸ਼ਬਦ ਨਹੀਂ ਆਇਆ। ਮੁਸਲਮਾਨਾਂ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੇ ਵਿੱਚ ਰਾਮ ਸ਼ਬਦ ਨਹੀਂ ਤੁਹਾਨੂੰ ਕਿਤੇ ਮਿਲੇਗਾ। ਇੱਕੋ ਇੱਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਦੇ ਵਿੱਚ ਰਾਮ ਸ਼ਬਦ ਵੀ ਹੈ ਤੇ ਅੱਲਾ ਸ਼ਬਦ ਵੀ ਆਇਆ ਹੈ।
ਸਤਿਗੁਰੂ ਜੀ 885 ਅੰਗ ਦੇ ਉੱਪਰ ਵਚਨ ਕਰਦੇ ਨੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅੱਲਾਹੇ। ਸੋ ਇਸ ਕਰਕੇ ਅਨੇਕਾਂ ਹੀ ਗ੍ਰੰਥ ਨੇ ਤੇ ਅਨੇਕਾਂ ਹੀ ਮੁੱਖ ਵੇਦ, ਉਹਨਾਂ ਦੇ ਵੇਦ ਪਾਠ ਕਰਨ ਵਾਲੇ ਹਨ। ਅਸੰਖ ਜੋਗ ਮਨ ਰਹਿ ਉਦਾਸ। ਅਨੇਕਾਂ ਹੀ ਮਹਾਰਾਜ ਕਹਿੰਦੇ ਨੇ ਯੋਗ ਸਾਧਨ ਵਾਲੇ ਨੇ ਤੇ ਆਪਣੇ ਆਪਣੇ ਤਰੀਕਿਆਂ ਨਾਲ ਯੋਗ ਸਾਧਨਾ ਕਰਨ ਵਾਲੇ ਨੇ, ਤੇ ਜਿਨ੍ਹਾਂ ਦੇ ਵਿੱਚ ਇੱਕ ਇਹੋ ਜਿਹੇ ਵੀ ਨੇ ਜਿਹੜੇ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਭਟਕਦੇ ਰਹੇ ਇਸ ਲਈ ਕਿ ਦੁਨੀਆ ਤੋਂ ਉਦਾਸ ਹੋ ਜਾਈਏ, ਤੇ ਇਹ ਉਦਾਸੀ ਸਾਨੂੰ ਪਰਮਾਤਮਾ ਵਿੱਚ ਜੋੜ ਦੇਵੇਗੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਰਹਿ ਇਕਾਂਤ ਇੱਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਮਨ ਨੂੰ ਵਿਕਾਰਾਂ ਤੋਂ ਪਰੇ ਕਰਨਾ ਹੈ, ਸੰਸਾਰ ਤੋਂ ਪਰੇ ਨਹੀਂ ਕਰਨਾ। ਮਨ ਨੂੰ ਸੰਸਾਰ ਤੋਂ ਮਹਾਰਾਜ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਵਿਕਾਰਾਂ ਦੇ ਵੱਲੋਂ ਪਰੇ ਹੋ ਜਾਵੇ। ਸੰਸਾਰ ਦੇ ਵਿੱਚ ਰਹਿ ਕੇ ਹੀ ਜਿਵੇਂ ਮੁਰਗਿਆਈ ਪਾਣੀ ਦੇ ਵਿੱਚ ਰਹਿੰਦੀ ਹੈ, ਤੇ ਆਪਾਂ ਵੀ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿਣਾ। ਮੁਰਗਿਆਈ ਆਪਣੇ ਖੰਭ ਗਿੱਲੇ ਨਹੀਂ ਹੋਣ ਦਿੰਦੀ ਪਾਣੀ ਦੇ ਵਿੱਚ, ਆਪਾਂ ਵੀ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿ ਕੇ ਨਿਰਲੇਪ ਰਹਿਣਾ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਤੋਂ ਪਰੇ ਨਹੀਂ ਹੋਣਾ, ਤੇ ਮਨ ਨੂੰ ਸੰਸਾਰ ਤੋਂ ਵਿਕਾਰਾਂ ਤੋਂ ਪਰੇ ਕਰਨਾ ਹੈ। ਅਸੰਖ ਭਗਤ ਗੁਣ ਗਿਆਨ ਵਿਚਾਰ। ਤੇ ਸਤਿਗੁਰੂ ਜੀ ਕਹਿੰਦੇ ਅਨੇਕਾਂ ਹੀ ਮਹਾਰਾਜ ਕਹਿੰਦੇ ਭਗਤ ਨੇ, ਤਪੱਸਿਆ ਕਰਨ ਵਾਲੇ ਨੇ, ਜਿਨ੍ਹਾਂ ਨੇ ਅਨੇਕਾਂ ਤਰ੍ਹਾਂ ਦੀ ਸਰਧਾ ਤੇ ਅਨੇਕਾਂ ਤਰ੍ਹਾਂ ਦੀ ਪੂਜਾ ਕੀਤੀ ਹੈ, ਤਪੱਸਿਆ ਕੀਤੀ ਹੈ, ਉਹ ਵੀ ਅਨੇਕਾਂ ਤਰ੍ਹਾਂ ਦੇ ਨੇ। ਤੇ ਮਹਾਰਾਜ ਕਹਿੰਦੇ ਅਣਗਿਣਤ ਐਸੇ ਨੇ ਜਿਹੜੇ ਘਰ-ਬਾਰ ਤਿਆਗ ਕੇ ਜੰਗਲਾਂ ਪਹਾੜਾਂ 'ਤੇ ਚਲੇ ਗਏ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕਦੀ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ, ਵਿਚਾਰ ਨੂੰ ਕਮਾਉਣਾ ਕੀਤਾ ਹੈ, ਜਿਨ੍ਹਾਂ ਨੇ ਮੰਨਿਆ ਹੈ, ਸੁਣਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕੀਤੀ ਹੈ ਕਿ ਕਿਸ ਤਰ੍ਹਾਂ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੋਵੇ, ਗੁਣ ਗਿਆਨ ਦੀ ਵਿਚਾਰ ਕੀਤੀ ਜਾਵੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਕਹਿੰਦੇ ਗੁਣ ਗਿਆਨ ਵਿਚਾਰ ਤੋਂ ਭਾਵ ਹੈ ਕਿ ਰੋਗ ਦੂਰ ਕਰਨਾ ਹੈ, ਤਾਂ ਦਵਾਈ ਦੇ ਨਾਲ ਪਰਹੇਜ਼ ਵੀ ਜ਼ਰੂਰੀ ਹੈ। ਪਰਹੇਜ਼ ਕੀ ਹੈ? ਮਾੜੇ ਕੰਮ ਆ ਜਿਹੜੇ ਨੇ ਉਹ ਤਿਆਗਣੇ ਨੇ। ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਅੱਗੇ ਬਚਨ ਕਰ ਰਹੇ ਹਨ। ਅਸੰਖ ਸਤੀ ਅਸੰਖ ਦਾਤਾਰ। ਤੇ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਦਾਨੀ ਹੁੰਦੇ ਨੇ। ਸਤੀ ਦਾ ਅਰਥ ਦਾਨੀ। ਇੱਕ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਵਿਚਾਰ ਪ੍ਰਗਟ ਹੋਇਆ ਕਿ ਦਾਤਾ ਦੇਵੇ ਤਾਂ ਉਹਦੇ ਵਿੱਚੋਂ ਕੁਝ ਦਾਨ ਕਰੀਏ, ਤੇ ਦਾਤਾ ਬਹੁਤ ਦੇਵੇ ਤੇ ਥੋੜ੍ਹਾ ਵਿੱਚੋਂ ਦਾਨ ਕਰ ਦਈਏ। ਗੁਰਮਤ ਦੇ ਅੰਦਰ ਤਾਂ ਇਹੋ ਕਿਹਾ ਗਿਆ, ਘਾਲ ਖਾਏ ਕਿਛ ਹੱਥੋਂ ਦੇ। ਜੋ ਵੀ ਪਰਮੇਸ਼ਰ ਨੇ ਦਿੱਤਾ ਉਹਦੇ ਵਿੱਚੋਂ ਲੋੜਵੰਦ ਨੂੰ ਦੇ ਦਿਓ। ਧਨ ਪਦਾਰਥ ਨਹੀਂ ਜੇ ਤੁਸੀਂ ਦੇ ਸਕਦੇ ਤਾਂ ਕਿਸੇ ਨੂੰ ਪਿਆਰ ਤਾਂ ਦੇ ਹੀ ਸਕਦੇ ਹੋ, ਕਿਸੇ ਨੂੰ ਮਿੱਠੇ ਬੋਲ ਤਾਂ ਬੋਲ ਹੀ ਸਕਦੇ ਹੋ। ਨਿਮਰਤਾ ਨਾਲ ਬੋਲ ਕੇ ਵੀ ਕਿਸੇ ਨੂੰ ਸੁੱਖ ਦਿੱਤਾ ਜਾ ਸਕਦਾ ਹੈ। ਤੇ ਸਤੀ ਦਾ ਅਰਥ ਹੁੰਦਾ ਸਤੀਆ, ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਇੱਕ ਉਹ ਨੇ ਜਿਹੜੇ ਵਿਚਾਰ ਆਇਆ ਵੀ ਕੁਝ ਦਾਨ ਕਰੀਏ, ਪਰ ਕੀ ਮਿਲੇਗਾ? ਦੇ ਮੰਗਹਿ ਸਹਸਤਾ ਗੁਣਾ ਸੋਭ ਕਰੇ ਸੰਸਾਰ। ਹੋਰ ਨਹੀਂ ਕੁਝ, ਤਾਂ ਸੰਸਾਰ ਵਿੱਚ ਵਡਿਆਈ ਤਾਂ ਹੋਵੇ। ਆਪਣੀ ਵਡਿਆਈ ਲਈ ਕਈ ਦਾਨ ਕਰਦੇ ਨੇ, ਪਰ ਐਸਾ ਦਾਨ ਜਿਹੜਾ ਹੁੰਦਾ ਹੈ ਉਹ ਗੁਰਮੁਖ ਪਿਆਰਿਓ ਕੁਝ ਵੀ ਸਾਡਾ ਸੰਵਾਰ ਨਹੀਂ ਸਕਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਦਾਨ ਐਸਾ ਜਿਹੜਾ ਆਪਣਾ ਵੀ ਭਲਾ ਕਰਦਾ ਹੈ, ਸਰਬੱਤ ਦਾ ਭਲਾ ਕਰਦਾ ਹੈ, ਉਹ ਦਾਨ ਹੈ ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾ ਹੀ ਦਾਨ ਕਰਦਾ ਹੈ, ਨਾਮ ਦਾ ਹੀ ਇਸ਼ਨਾਨ ਕਰਦਾ ਹੈ। ਬਾਹਰੋਂ ਦਾਨ ਇਸ ਲਈ ਕਰਨਾ ਹੈ
ਕਿ ਇੱਕ ਦਿਨ ਇਹ ਮਨ ਦਾ ਦਾਨ ਕਰਨਾ ਵੀ ਸਿੱਖ ਜਾਵੇ। ਬਾਹਰੋਂ ਇਸ਼ਨਾਨ ਤਨ ਦੀ ਮੈਲ ਸਾਫ਼ ਕਰਦਾ ਹੈ, ਮਨ ਦਾ ਇਸ਼ਨਾਨ ਨਾਮ ਰੂਪੀ ਜਲ ਦੇ ਨਾਲ ਕੀਤਾ ਤਾਂ ਇਹ ਇਸ਼ਨਾਨ ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਕੱਟ ਦੇਵੇਗਾ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਸੋ ਵਾਹਿਗੁਰੂ ਦਾ ਨਾਮ ਵੀ ਜਿਹੜਾ ਹੈ ਉਹ ਵੀ ਆਪ ਜਪੀਏ ਤੇ ਅੱਗੇ ਵੀ ਜਪਾਈਏ, ਇਹ ਵੀ ਸਭ ਤੋਂ ਵੱਡਾ ਦਾਨ ਹੈ। ਅਸੰਖ ਸੂਰ ਮੋਹ ਭਖਸਾਰ। ਮਹਾਰਾਜ ਕਹਿੰਦੇ ਅਣਗਿਣਤ ਐਸੇ ਨੇ ਜਿਨ੍ਹਾਂ ਨੇ ਜੀਵਨ ਦਾ ਨਿਸ਼ਾਨਾ ਐਸਾ ਰੱਖਿਆ ਹੈ। ਮੋਹ ਦਾ ਅਰਥ ਹੈ, ਮੋਹ ਦਾ ਅਰਥ ਮਹਾਰਾਜ ਕਹਿੰਦੇ ਵੀ ਸਾਹਮਣੇ, ਭਖ ਦਾ ਅਰਥ ਹੁੰਦਾ ਖਾਣਾ, ਸਾਰ ਦਾ ਅਰਥ ਹੁੰਦਾ ਹੈ ਸ਼ਸਤਰਾਂ ਦੇ ਜ਼ਖਮ। ਮੈਦਾਨੇ ਜੰਗ ਵਿੱਚ ਲੜ ਕੇ ਸ਼ਹੀਦ ਹੋਣਾ ਹੈ, ਉਹ ਕਹਿੰਦੇ ਨੇ ਸਾਡਾ ਜੀਵਨ ਸਫਲ ਹੈ। ਅਣਗਿਣਤ ਐਸੇ ਸੂਰਮੇ ਜੋ ਲੜ ਕੇ ਹੀ ਮਰਨਾ ਆਪਣਾ ਜੀਵਨ ਸਫਲ ਸਮਝਦੇ ਨੇ। ਸੋ ਐਸੇ ਅਣਗਿਣਤ ਸਤਿਗੁਰੂ ਜੀ ਕਹਿੰਦੇ ਸੂਰਮੇ ਹਨ। ਅਸੰਖ ਮੋਨ ਲਿਵ ਲਾਏ ਤਾਰ। ਅਣਗਿਣਤ ਇਹੋ ਜਿਹੇ ਨੇ ਜਿਹੜੇ ਮੌਨ ਕਹੀਏ ਚੁੱਪ ਕਰਕੇ ਬੈਠ ਗਏ। ਤੇ ਪਿਆਰਿਓ, 4 ਪ੍ਰਕਾਰ ਦਾ ਮੌਨ ਹੁੰਦਾ ਹੈ। ਇੱਕ ਹੁੰਦਾ ਗੁੰਗ ਮੌਨ, ਬਚਪਨ ਤੋਂ ਹੀ ਕਈ ਗੁੰਗੇ ਹੁੰਦੇ ਨੇ, ਬਿਮਾਰੀ ਨਾਲ ਆਵਾਜ਼ ਚਲੀ ਜਾਂਦੀ ਹੈ। ਇੱਕ ਹੁੰਦਾ ਜੜ ਮੌਨ, ਜਿਵੇਂ ਗੁਰਬਾਣੀ ਦੇ ਵਿੱਚ ਵਚਨ ਆਉਂਦੇ ਨੇ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਜੜ ਮੌਨ ਦਾ ਅਰਥ ਹੈ ਬਹੁਤ ਚਤੁਰਾਈਆਂ ਦੀ ਗੱਲ ਕਰੇ ਉੱਥੇ ਚੁੱਪ ਕਰਨਾ ਹੀ ਯੋਗ ਹੈ। ਤੇ ਕਾਸ਼ਟ ਮੌਨ, ਇਹ ਲੱਕੜ ਦੀ ਤਰ੍ਹਾਂ ਹੱਠ ਕਰਕੇ ਬੈਠ ਜਾਣਾ, ਬੋਲਣਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਇੱਕ ਮੌਨ ਐਸਾ ਵੀ ਹੈ ਜੋ ਪ੍ਰਵਾਨ ਹੈ, ਉਹ ਹੈ ਗਿਆਨ ਮੌਨ। ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ। ਮਨ ਆਪਣਾ ਸ਼ੋਰ ਨਾ ਕਰੇ, ਆਪਣੇ ਹੰਕਾਰ 'ਚ ਨਾ ਬੋਲੇ, ਗੁਰੂ ਦੇ ਹੁਕਮ ਦੇ ਵਿੱਚ ਬੋਲੇ, ਰਜਾ ਦੇ ਵਿੱਚ ਬੋਲੇ, ਇਹਨੂੰ ਕਹਿੰਦੇ ਨੇ ਗਿਆਨ ਮੌਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਣਗਿਣਤ ਐਸੇ ਨੇ ਜੋ ਇੱਕ ਟੱਕ ਲਗਾਤਾਰ ਸੰਤੋਖੇ ਰਿਸ਼ੀ ਦੇ ਵਾਂਗੂ ਲੰਮਾ ਸਮਾਂ ਚੁੱਪ ਕਰਕੇ ਬੈਠੇ ਰਹੇ। ਸੋ ਆਖਰ ਸੰਤੋਖਾ ਰਿਸ਼ੀ ਜਿਹੜਾ ਸੀ, ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ, ਉਹ ਗੁਰੂ ਚਰਨਾਂ ਦੇ ਵਿੱਚ ਟਿਕ ਕੇ ਗਿਆਨ ਭਗਤੀ ਦ੍ਰਿੜ ਕੀਤੀ, ਉਹਦੀ ਭਟਕਣਾ ਦੂਰ ਹੋਈ। ਸਵਾਸ ਰੋਕ ਕੇ ਲੰਮਾ ਸਮਾਂ ਬੈਠਣ ਵਾਲਿਆਂ ਦੀ ਵੀ ਗਿਣਤੀ ਨਹੀਂ। ਇਹ ਸਾਰੇ ਯਤਨ ਉਸ ਵਾਹਿਗੁਰੂ ਦੇ ਘਰ ਤੱਕ ਪਹੁੰਚਾਉਣ ਦੇ ਲਈ ਸਫਲ ਨਹੀਂ ਹੋਏ। ਫਿਰ ਰਸਤਾ ਕਿਹੜਾ ਸਫਲ ਹੈ? ਕਹਿੰਦੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਰਹਿਣਾ, ਗੁਣ ਗਾਉਣੇ, ਫਿਰ ਕਹਿਣਾ ਵੀ ਮੇਰੇ ਵਿੱਚ ਤਾਂ ਇੰਨੀ ਸਮਰੱਥਾ ਨਹੀਂ, ਅਸੀਂ ਤੇਰੇ ਗੁਣ ਗਾਇਨ ਕਰਕੇ ਹੀ ਜਾਂ ਵਿਚਾਰ ਕਰ ਸਕੀਏ। ਕੁਦਰਤ ਕਵਣ ਕਹਾ ਵਿਚਾਰ। ਕੁਦਰਤ ਕਹੀਏ ਸ਼ਕਤੀ, ਉਸ ਵਾਹਿਗੁਰੂ ਦੀ ਸ਼ਕਤੀ ਦੀ ਵੀ ਕੀ ਵਿਚਾਰ ਕਰੀਏ। ਤੇ ਕਿਉਂਕਿ ਤੇਰੀ ਕੁਦਰਤ ਦਾ ਪੂਰਾ ਗਿਆਨ ਨਹੀਂ ਹੋ ਸਕਦਾ। ਵਾਰਿਆ ਨਾ ਜਾਵਾ ਏਕ ਵਾਰ। ਕਿਉਂਕਿ ਉਸ ਵਾਹਿਗੁਰੂ ਪ੍ਰਮਾਤਮਾ ਤੋਂ ਵਾਰਨੇ ਜਾਈਏ। ਜੋ ਵਾਰਿਆ ਨਾ ਜਾਵਾ ਏਕ ਵਾਰ, ਜੋ ਤੂੰ ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵਾਰਿਆ ਨਾ ਜਾਵਾ ਏਕ ਵਾਰ। ਕਹਿੰਦੇ ਤੇ ਤੋਂ ਅਸੀਂ ਇੱਕ ਵਾਰ ਕਹੀਏ ਵਾਲ ਜਿੰਨੇ ਵਾਰਨੇ ਵੀ ਨਹੀਂ ਜਾ ਸਕਦੇ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ ਜੀ, ਜੋ ਵੀ ਕੁਝ ਤੁਹਾਨੂੰ ਚੰਗਾ ਲੱਗਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਠੀਕ ਹੈ। ਸਾਈ ਭਲੀ ਕਾਰ, ਉਹ ਭਲੀ ਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਸਥਿਤ ਰਹਿਣ ਵਾਲੇ ਹੋ। ਜਿੰਨਾ ਕੁਝ ਸਾਨੂੰ ਦਿਸ ਰਿਹਾ ਹੈ ਸੰਸਾਰ ਦੇ ਵਿੱਚ, ਇਹ ਸਭ ਕੁਝ ਨਾਸਵੰਤ ਹੈ। ਇੱਕ ਵਾਹਿਗੁਰੂ ਪਰਮਾਤਮਾ ਹੀ ਹੈ ਜੋ ਸਦਾ ਰਹਿਣ ਵਾਲਾ ਹੈ। ਅਸੰਖ ਮੂਰਖ ਅੰਧ ਘੋਰ।
ਮਹਾਰਾਜ ਕਹਿੰਦੇ ਜਿਹਦੀ ਕੋਈ ਸੰਖਿਆ ਨਹੀਂ, ਅਣਗਿਣਤ ਨੇ। ਮੂਰਖ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇੱਕ ਮੂਰਖ ਤੇ ਦੂਸਰਾ ਅੰਧ ਮੂਰਖ, ਤੀਸਰਾ ਹੁੰਦਾ ਘੋਰ ਮੂਰਖ। ਤੇ ਮਹਾਰਾਜ ਕਹਿੰਦੇ ਮੂਰਖ ਨੂੰ ਸਮਝਾਓ, ਸਮਝ ਜਾਵੇਗਾ। ਜਿਹੜਾ ਅੰਧ ਮੂਰਖ ਆ, ਅੰਧ ਅੰਧੇਰਾ ਅਗਿਆਨਤਾ ਜਿਹਦੇ ਅੰਦਰ ਹੈ, ਅੰਧੇਰਾ ਹੈ, ਅਗਿਆਨਤਾ ਨਾਲ ਭਰਿਆ ਹੋਇਆ, ਜੇ ਉਹਨੂੰ ਸਮਝਾਓਗੇ ਉਹ ਮੰਨਦਾ ਨਹੀਂ, ਥੋੜ੍ਹੇ ਕੀਤਿਆਂ ਸਮਝਦਾ ਨਹੀਂ ਹੈ। ਪਰ ਜਿਹੜੇ ਘੋਰ ਮੂਰਖ ਨੇ ਉਹਨਾਂ ਨੂੰ ਸਮਝਾਓ ਉਹ ਗਲ ਪੈਂਦੇ ਨੇ, ਲੜਨ ਲੱਗ ਜਾਂਦੇ ਨੇ। ਇੱਕ ਮੂਰਖ ਹੁੰਦੇ ਨੇ ਜੇ ਸਮਝਾਓ ਸਮਝ ਜਾਣਗੇ, ਦੂਸਰੇ ਅੰਧ ਮੂਰਖ ਨੇ ਉਹ ਸੁਣ ਲੈਣਗੇ ਪਰ ਸਮਝਦੇ ਨਹੀਂ ਹੁੰਦੇ। ਪਰ ਜਿਹੜੇ ਘੋਰ ਮੂਰਖ ਨੇ, ਕਿਸੇ ਸਿਆਣੇ ਨੇ, ਉਹ ਜੇ ਸਮਝਾਉਂਦੇ ਨੇ ਗੁਰੂ ਪੀਰ ਦੀ ਗੱਲ ਸੁਣਦੇ ਵੀ ਨਹੀਂ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਘੋਰ ਮੂਰਖ ਦੀ ਇੱਕ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਅੰਧ ਮੂਰਖ ਦੀ ਜਿਹੜੀ ਕਹਾਣੀ ਹੈ ਉਹ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ, ਸਮਝਣਾ ਤਾਂ ਕੀ ਸੀ, ਕਹਿੰਦੇ ਗਲ ਪੈ ਗਿਆ, ਲੜਿਆ ਤੇ ਫਿਰ ਕੀ ਲੈ ਕੇ ਚਲਿਆ ਗਿਆ। ਮੂਰਖ ਦੀ ਪਰਿਭਾਸ਼ਾ ਦਿੱਤੀ ਹੈ, ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਇੱਕ ਉਹ ਨੇ ਜੋ ਵਾਹਿਗੁਰੂ ਦੇ ਨਾਮ ਨੂੰ ਨਹੀਂ ਮੰਨਦੇ, ਖਾ ਲਿਆ, ਪੀ ਲਿਆ, ਸੌਂ ਲਿਆ, ਉਹਨਾਂ ਨੇ ਆਪਣੇ ਅਸਲੀ ਕੰਮ ਜਿਹੜਾ ਹੈ ਉਹ ਭੁਲਾ ਦਿੱਤਾ ਹੈ। ਇੱਕ ਉਹ ਨੇ ਜੋ ਸੁਣ ਲੈਂਦੇ ਨੇ ਪਰ ਮੰਨਦੇ ਨਹੀਂ, ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਨੇ, ਪਰ ਘੋਰ ਮੂਰਖ ਸੁਣਦੇ ਵੀ ਨਹੀਂ ਤੇ ਅੱਗੋਂ ਲੜਦੇ ਨੇ। ਜਿਹੜਾ ਗਿਆਨਵਾਨ ਹੈ, ਸਿਆਣਾ ਪੁਰਸ਼ ਹੈ, ਉਹ ਆਪਣੇ ਆਪ ਨੂੰ ਸਿਆਣਾ ਨਹੀਂ ਕਹਿੰਦਾ, ਉਹ ਤਾਂ ਹਮੇਸ਼ਾ ਇਹੀ ਕਹੇਗਾ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ। ਮੈਂ ਮੂਰਖ ਹਾਂ, ਬਾਕੀ ਸਾਰੇ ਚੰਗੇ ਨੇ। ਜਿਹੜਾ ਮੂਰਖ ਹੁੰਦਾ ਉਹ ਕਹੂਗਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ। ਤੇ ਗਿਆਨਵਾਨ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਪਰ ਐਸੇ ਅੰਧ ਘੋਰ ਮੂਰਖਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ, ਉਹ ਵੀ ਸਤਿਗੁਰੂ ਜੀ ਕਹਿੰਦੇ ਅਣਗਿਣਤ ਹੀ ਹਨ। ਅਸੰਖ ਚੋਰ ਹਰਾਮ ਖੋਰ। ਇੱਥੇ ਚੋਰ ਕਿਹਨੂੰ ਕਿਹਾ? ਮਹਾਰਾਜ ਕਹਿੰਦੇ ਤੇ ਤਸਕਰ ਜੋ ਨਾਮ ਨਾ ਲੇਵ ਹੈ ਵੰਸ ਕੋਟ 85। ਉਹ ਚੋਰ ਹੈ ਜਿਹੜਾ ਨਾਮ ਨਹੀਂ ਜਪਦਾ। ਚੋਰ ਦਾ ਭਾਵ ਜਿਹੜਾ ਕਿਸੇ ਦੀ ਚੀਜ਼ ਨੂੰ ਆਪਣੀ ਸਮਝ ਲਵੇ ਉਹ ਚੋਰ ਹੁੰਦਾ। ਕਾਲ ਹੋਈ ਕੁੱਤੇ ਮੁਈ ਖਾਜ ਹੋਆ ਮੁਰਦਾਰ ਗੁਸਾਈ। ਜਿਹੜਾ ਪਰਾਇਆ ਧਨ ਖਾਂਦਾ ਹੈ ਮੁਰਦਾਰ ਖਾਂਦਾ ਹੈ। ਚੋਰ ਦੀ ਹਾਮਾ ਭਰੇ ਨਾ ਕੋਈ। ਮਹਾਰਾਜ ਕਹਿੰਦੇ ਚੋਰ ਦੀ ਕੋਈ ਹਾਮ ਹੀ ਨਹੀਂ ਭਰਦਾ ਸੰਸਾਰ ਦੇ ਵਿੱਚ। ਉਹ ਚੋਰ ਨੇ ਜਿਹੜੇ ਕਿਸੇ ਦਾ ਧਨ ਚੋਰੀ ਕਰ ਲੈਂਦੇ ਨੇ। ਉਹ ਵੀ ਚੋਰ ਨੇ ਜਿਹੜੇ ਕਿਸੇ ਦੇ ਰੂਪ ਨੂੰ ਚੁਰਾਉਂਦੇ ਨੇ, ਕਿਸੇ ਦੀ ਅਸਮਤ ਲੁੱਟ ਲੈਂਦੇ ਨੇ, ਉਹ ਵੀ ਚੋਰ ਨੇ। ਕੋਈ ਤਨ ਦਾ ਚੋਰ, ਕੋਈ ਧਨ ਦਾ ਚੋਰ, ਕੋਈ ਕਿਸੇ ਦੇ ਵਿਚਾਰਾਂ ਦਾ ਵੀ ਚੋਰ ਹੁੰਦਾ ਹੈ। ਕਿਸੇ ਨੇ ਕੋਈ ਕਵਿਤਾ ਲਿਖੀ ਤੇ ਗੁਰਮੁਖ ਪਿਆਰੇ ਉਹ ਕਵਿਤਾ ਗਾ ਕੇ ਉਹਦੇ ਵਿੱਚ ਨਾਂ ਆਪਣਾ ਪਾ ਦੇਣਾ, ਉਹ ਵੀ ਚੋਰ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਵੀ ਅਣਗਿਣਤ ਇਸ ਸੰਸਾਰ ਦੇ ਵਿੱਚ ਚੋਰ ਹਨ। ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਇਹੋ ਜਿਹੇ ਅਨੇਕਾਂ ਚੋਰ ਨੇ ਜਿਹੜੇ ਟੇਕ ਤਾਂ ਬਾਣੀ ਦੀ ਲੈਂਦੇ ਨੇ ਪਰ ਦੱਸਦੇ ਆਪਣਾ ਗਿਆਨ ਹੁੰਦੇ ਨੇ। ਆਸਰਾ ਗੁਰਬਾਣੀ ਦਾ ਲੈ ਕੇ ਪੰਗਤੀਆਂ ਗੁਰਬਾਣੀ ਦੀਆਂ ਬੋਲ ਕੇ ਤੇ ਆਪਣੇ ਮਗਰ ਲਾ ਲੈਂਦੇ ਨੇ, ਇਹ ਉਹਨਾਂ ਨੂੰ ਵੀ ਚੋਰ ਕਿਹਾ ਹੈ। ਕੋਈ ਕਿਸੇ ਦਾ ਗਿਆਨ ਚੁਰਾ ਲੈਂਦਾ ਹੈ ਤੇ ਜੋ ਦੂਸਰੇ ਦੀ ਵਸਤੂ ਨੂੰ ਆਪਣੀ ਕਹੇ ਉਹ ਚੋਰ ਆ। ਹਰੇਕ ਵਸਤੂ ਪਰਮੇਸ਼ਰ ਦੀ ਹੈ ਪਰ ਅਸੀਂ ਕਹਿੰਦੇ ਆ ਧਨ ਮੇਰਾ ਹੈ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ, ਮੇਰਾ ਤਾਂ ਕੁਝ ਵੀ ਨਹੀਂ। ਤੇ ਜੇ ਆਪਾਂ ਕਹੀਏ ਤੇ ਵੀ ਇਹ ਸਭ ਕੁਝ ਮੇਰਾ ਹੈ ਤਾਂ ਫਿਰ ਆਪਾਂ ਵੀ ਚੋਰ ਆ। ਜੇ ਵਰਤੋਂ ਕਰ ਰਹੇ ਹੋ ਤਾਂ ਚੋਰ ਨਹੀਂ। ਅਗਰ ਸਾਥ ਨਾ ਲਿਜਾਣ ਦੀ ਇੱਛਾ ਹੈ ਤਾਂ ਆਪਾਂ ਚੋਰ ਆ। ਭਾਵਨਾ ਹੈ ਲਿਜਾਣ ਦੀ ਤਾਂ ਚੋਰ ਆ। ਕੋਈ ਤਨ ਦਾ ਚੋਰ, ਕੋਈ ਰੂਪ ਦਾ ਚੋਰ, ਕੋਈ ਗਿਆਨ ਦਾ ਚੋਰ। ਮਹਾਰਾਜ ਕਹਿੰਦੇ ਇਹੋ ਜਿਹੇ ਚੋਰ ਵੀ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਅਣਗਿਣਤ ਹੀ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਅਸੰਖ ਅਮਰ ਕਰ ਜਾਹੇ ਜੋਰ। ਜਿਹੜੇ ਆਪਣੇ ਆਪ ਨੂੰ ਅਮਰ ਸਮਝਦੇ ਨੇ ਕਿ ਅਸੀਂ ਤਾਂ ਮਰਨਾ ਹੀ ਨਹੀਂ ਤੇ ਉਹਨਾਂ ਨੂੰ ਮਰਨਾ ਭੁੱਲ ਗਿਆ।
ਤੇ ਇਸ ਲਈ ਦੂਸਰੇ ਤੇ ਜ਼ੋਰ ਚਲਾਉਂਦੇ ਨੇ, ਜ਼ਬਰਦਸਤੀ ਹਕੂਮਤ ਕਰਦੇ ਨੇ, ਹੁਕਮ ਚਲਾਉਂਦੇ ਨੇ। ਸੰਸਾਰ ਵਿੱਚ ਐਸਾ ਵੀ ਹੁੰਦਾ ਹੈ ਤੇ ਹੋ ਰਿਹਾ ਹੈ। ਗੱਲ ਧਰਮ ਦੀ ਕਰਨੀ ਹੈ, ਪਰ ਭਰਮ ਦੇ ਵਿੱਚ ਪਾ ਕੇ ਕਰਨੀ ਹੈ। ਸਿਆਸਤ ਨਾਲ, ਜ਼ੋਰ ਨਾਲ, ਬਲ ਦੇ ਨਾਲ ਧਰਮ ਦਾ ਪ੍ਰਚਾਰ ਤਾਂ ਹੁੰਦਾ ਹੈ, ਕੋਈ ਹੱਸ ਕੇ ਕਬੂਲ ਕਰੇ। ਪਰ ਜਿੱਥੇ ਜ਼ਬਰਦਸਤੀ ਆ ਗਈ, ਧੱਕਾ, ਉਹ ਧੱਕੇ ਦੀ ਵਿਚਾਰਧਾਰਾ ਤਾਂ ਹੋ ਸਕਦੀ ਹੈ, ਪਰ ਗੁਰਮਤਿ ਦੀ ਵਿਚਾਰਧਾਰਾ ਨਹੀਂ। ਜ਼ੋਰ ਦੀ ਵਿਚਾਰਧਾਰਾ ਚਲਾਉਂਦਾ ਹੋਇਆ ਹਰਨਾਕਸ਼ ਕਹਿੰਦਾ ਮੈਂ ਰੱਬ ਹਾਂ। ਧੱਕੇ ਨਾਲ ਪੁੱਤ ਨੂੰ ਵੀ ਮਾਰਨਾ ਚਾਹਿਆ। ਮਨੁੱਖ ਦਾ ਸੁਭਾਅ ਹੈ ਵੀ ਮੇਰਾ ਹੁਕਮ ਚੱਲੇ, ਸਾਰੇ ਕਿਤੇ ਮੇਰਾ ਹੀ ਹੁਕਮ ਚੱਲੇ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਵੀ ਅਣਗਿਣਤ ਹੀ ਹਨ। ਅਸੰਖ ਗਲ ਵੱਢ ਹੱਤਿਆ ਕਮਾਹੇ। ਜਿਹੜੇ ਦੂਸਰਿਆਂ ਦਾ ਗਲਾ ਕੱਟਦੇ ਨੇ, ਹੱਤਿਆ ਕਰਦੇ ਨੇ। ਹੱਤਿਆ ਦੇ ਪਿੱਛੇ 3 ਕਾਰਨ ਹਨ: ਜਰ, ਜੋਰੂ ਤੇ ਜ਼ਮੀਨ। ਤੇ ਐਸੇ ਬਹੁਤ ਨੇ, ਧਨ ਲੁੱਟਦੇ ਨੇ, ਮਾਰਨਾ। ਤੇ ਸਤਿਗੁਰੂ ਜੀ ਕਹਿੰਦੇ ਪਰ ਜਿਹੜੇ ਆਪਣੇ ਆਪ ਨੂੰ ਰਿਸ਼ੀ ਮੁਨੀ ਕਹਾਉਂਦੇ ਸਨ, ਪਰ ਕਰਦੇ ਕੀ ਸੀ? ਜਦੋਂ ਕੋਈ ਜੱਗ ਕਰਨਾ, ਹਜ਼ਾਰਾਂ ਪਸ਼ੂਆਂ ਦੀ ਬਲੀਆਂ ਦੇਣੀਆਂ, ਹਜ਼ਾਰਾਂ ਪਸ਼ੂਆਂ ਨੂੰ ਮਾਰ ਕੇ ਤੇ ਪ੍ਰਸੰਨ ਕਿਹਨੂੰ ਕਰ ਰਹੇ ਨੇ? ਭਗਵਾਨ ਨੂੰ। ਜੇ ਹਜ਼ਾਰਾਂ ਜੀਵਾਂ ਦੀ ਹੱਤਿਆ ਕਰਕੇ ਧਰਮ ਕਮਾਉਣਾ ਹੈ, ਫਿਰ ਅਸੀਂ ਅਧਰਮ ਕਿਹਨੂੰ ਕਹਾਂਗੇ? ਕਸਾਈ ਕਿਹਨੂੰ ਕਹਾਂਗੇ? ਸੋ ਮਹਾਰਾਜ ਕਹਿੰਦੇ ਨੇ ਜੀ ਬਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਜਾਈ। ਅਧਰਮ ਕਿਹਨੂੰ ਕਹੋਗੇ? ਐਸੇ ਅਧਰਮੀ, ਐਸੇ ਹਤਿਆਰੇ ਵੀ ਸਤਿਗੁਰੂ ਜੀ ਕਹਿੰਦੇ ਅਨੇਕਾਂ ਹੀ ਹੁੰਦੇ ਨੇ। ਕਈ ਆਪਣੇ ਜੀਵ ਦੇ ਸਵਾਦ ਵਾਸਤੇ ਹੀ ਜੀਵਾਂ ਦੀ ਹੱਤਿਆ ਕਰ ਰਹੇ ਨੇ, ਪਰ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਵੀ ਅਣਗਿਣਤ ਨੇ। ਜੇ ਜੀਵਾਂ ਨੂੰ ਮਾਰ ਕੇ ਹੀ ਧਰਮੀ ਹੁੰਦਾ ਹੈ, ਫਿਰ ਕਸਾਈ ਦੀ ਪਰਿਭਾਸ਼ਾ ਕੀ ਦੇਵਾਂਗੇ? ਤੇ ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਬੁਰੇ ਕਰਮ ਕਰਦੇ ਨੇ, ਹੱਤਿਆ ਕਰਦੇ ਨੇ, ਐਸੇ ਹਤਿਆਰੇ ਵੀ ਅਨੇਕਾਂ ਹੀ ਇਸ ਸੰਸਾਰ ਦੇ ਵਿੱਚ ਹਨ। ਅਸੰਖ ਪਾਪੀ ਪਾਪ ਕਰ ਜਾਹੇ। ਮਹਾਰਾਜ ਕਹਿੰਦੇ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਤਾਂ ਬੁਰਾ ਹੈ, ਪਰ ਪਾਪੀ ਨੂੰ ਚੰਗਾ ਲੱਗਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪਾਪ ਕਰੇ ਦੜ ਸਰਪੜ ਮੁੱਠੇ, ਅਜਰਾ ਈਲ ਫੜੇ ਫੜ ਕੁੱਠੇ। ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ। ਪਾਪ ਕੀ ਹੈ? ਉਹ ਬੋਲਣਾ, ਵੇਖਣਾ ਜਿਹਦੇ ਵਿੱਚ ਦੂਸਰੇ ਦਾ ਦਿਲ ਦੁਖੇ। ਗੁਰਬਾਣੀ ਵਿੱਚ ਇਹ ਘੋਰ ਪਾਪ ਹੈ। ਸਾਰਿਆਂ ਪਾਪਾਂ ਤੋਂ ਉੱਪਰ ਪਾਪ ਹੈ ਪ੍ਰਮਾਤਮਾ ਦੇ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਣਾ। ਕਹਿੰਦੇ ਫਿਰ ਇਹ ਪਾਪ ਕਿੱਥੇ ਬਖਸ਼ਿਆ ਜਾਊ? ਗੁਰੂ ਤੋਂ ਬੇਮੁਖ ਹੋਣ ਦਾ ਪਾਪ ਕਿੱਥੇ ਲਹੂਗਾ? ਕਹਿੰਦੇ ਕੋਈ ਵਿਕਾਰੀ ਹੋ ਗਿਆ, ਸੰਗਤ ਵਿੱਚ ਆ ਕੇ ਬਖਸ਼ਿਆ ਜਾਵੇਗਾ। ਜੇ ਸੰਗਤ ਤੋਂ, ਗੁਰੂ ਤੋਂ ਹੀ ਗਫਲਤ ਕਰ ਲਈ, ਇਹ ਪਾਪ ਕਿੱਥੇ ਲਹੂਗਾ? ਕਹਿੰਦੇ ਐਸੇ ਨਾਮ ਤੋਂ ਟੁੱਟੇ ਹੋਏ ਪਾਪੀਆਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਅਸੰਖ ਕੂੜਿਆਰ ਕੂੜੇ ਫਿਰਾਹੇ। ਮਹਾਰਾਜ ਕਹਿੰਦੇ ਜਦੋਂ ਝੂਠ ਦੇ ਨਾਲ, ਕੂੜ ਦਾ ਅਰਥ ਹੁੰਦਾ ਝੂਠ, ਜਦੋਂ ਝੂਠ ਦੇ ਨਾਲ ਇੰਨਾ ਸੰਬੰਧ ਜੁੜ ਗਿਆ ਤਾਂ ਫਿਰ ਝੂਠ ਦਾ ਹੀ ਰੂਪ ਬੰਦਾ ਜਿਹੜਾ ਹੁੰਦਾ ਹੈ ਉਹ ਬਣ ਜਾਂਦਾ ਹੈ। ਝੂਠ ਕੀ ਆ? ਕੂੜ ਕੀ ਆ? ਮਹਾਰਾਜ ਕਹਿੰਦੇ ਸੰਸਾਰ ਦੇ ਸਾਰੇ ਪਦਾਰਥ ਹੀ ਝੂਠੇ ਨੇ, ਕੂੜ ਨੇ, ਝੂਠ ਨੇ। ਜਿਹੜਾ ਝੂਠੇ ਪਦਾਰਥਾਂ ਨਾਲ ਜੁੜ ਗਿਆ ਉਹ ਝੂਠ ਆ। ਤੇ ਆਖਰ ਝੂਠ ਨਾਲ ਸੰਬੰਧ ਜੁੜ ਗਿਆ, ਝੂਠ ਦੇ ਰੂਪ ਬਣ ਗਏ। ਝੂਠ ਬੋਲਣਾ, ਝੂਠ ਨੂੰ ਸੁਣਨਾ, ਝੂਠ ਦਾ ਹੀ ਪ੍ਰਚਾਰ ਕਰਨਾ। ਤੇ ਉਸ ਵਾਸਤੇ ਫਿਰ ਝੂਠ ਜਿਹੜਾ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ, ਕੂੜ ਪਰਜਾ, ਕੂੜ ਸਭ ਸੰਸਾਰ। ਤੇ ਝੂਠ ਦੀ ਦੁਨੀਆ ਵਿੱਚ ਹੀ, ਕੂੜ ਦੀ ਦੁਨੀਆ ਦੇ ਵਿੱਚ ਹੀ ਰਹਿੰਦਾ ਹੈ। ਅਣਗਿਣਤ ਨੇ ਜਿਹੜੇ ਸਾਰੀ ਜ਼ਿੰਦਗੀ ਝੂਠੇ ਪਦਾਰਥਾਂ ਦੇ ਨਾਲ, ਕੂੜੇ ਪਦਾਰਥਾਂ ਦੇ ਨਾਲ ਜੁੜੇ ਰਹਿੰਦੇ ਨੇ। ਅਸੰਖ ਮਲੇਛ ਮਲ ਭਖ ਖਾਹੇ। ਮਹਾਰਾਜ ਕਹਿੰਦੇ ਨੇ ਅਨੇਕਾਂ ਹੀ ਇਹੋ ਜਿਹੇ ਬੇਈਮਾਨ, ਮਲੇਸ਼ ਦਾ ਅਰਥ ਹੁੰਦਾ ਬੇਈਮਾਨ। ਤੇ ਮਹਾਰਾਜ ਕਹਿੰਦੇ ਮਲੇਸ਼, ਬੇਈਮਾਨ ਵੀ ਜਿਹੜੇ ਜ਼ਿੰਦਗੀ ਭਰ ਮਾੜਾ ਹੀ ਸੋਚਦੇ ਰਹਿੰਦੇ ਹਨ ਤੇ ਮਾੜਾ ਹੀ ਉਹਨਾਂ ਨੇ ਖਾਣਾ ਹੈ ਤੇ ਹਰ ਵੇਲੇ ਬੇਈਮਾਨੀ ਹੀ ਕਰਨੀ ਹੈ। ਤੇ ਮਹਾਰਾਜ ਕਹਿੰਦੇ ਇਹੋ ਜਿਹੇ ਮਲੇਸ਼ ਬੰਦਿਆਂ ਦੇ ਨਾਲੋਂ ਤਾਂ ਟੁੱਟੀ ਭਲੀ ਹੁੰਦੀ ਆ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ।
ਵੇਖਦਿਆ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ। ਜਿਤ ਦਿਨ ਕਿਛੁ ਨ ਹੋਵੀ ਤਿਤ ਦਿਨ ਬੋਲਣ ਗੰਧ। ਇਹੋ ਜਿਹੇ ਮਹਾਰਾਜ ਕਹਿੰਦੇ ਮਲੇਸ਼ ਬੇਈਮਾਨ ਬੰਦੇ ਜਿਹੜੇ ਹੁੰਦੇ ਨੇ ਉਹ ਵੀ ਇਸ ਸੰਸਾਰ ਵਿੱਚ ਅਣਗਿਣਤ ਨੇ। ਅਸੰਖ ਨਿੰਦਕ ਸਿਰ ਕਰਹਿ ਭਾਰ। ਤੇ ਨਿੰਦਕ ਕੌਣ ਆ? ਕੰਡੇ ਨੂੰ ਫੁੱਲ ਕਹਿਣਾ ਇਹ ਖੁਸ਼ਾਮਦ ਹੈ, ਫੁੱਲ ਨੂੰ ਕੰਡਾ ਕਹਿਣਾ ਇਹ ਨਿੰਦਿਆ ਹੈ। ਮਨਮੁਖ ਦੀ ਉਸਤਤ ਕਰਨੀ ਇਹ ਖੁਸ਼ਾਮਦ ਆ। ਗੁਣਵਾਨ ਬੰਦੇ ਨੂੰ ਗੁਰਮੁਖ ਨੂੰ ਮਨਮੁਖ ਕਹਿਣਾ, ਗੁਰਮੁਖ ਨੂੰ ਭੰਡਣਾ ਉਹਦੀ ਨਿੰਦਿਆ ਕਰਨੀ, ਤੇ ਗੁਰਮੁਖ ਪਿਆਰਿਓ ਇਹ ਨਿੰਦਿਆ ਹੈ। ਸਤਿਗੁਰੂ ਜੀ ਕਹਿੰਦੇ ਉਸਤਤ ਨਿੰਦਾ ਦਊ ਤਿਆਗੈ ਖੋਜੈ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਜਿਹੜੇ ਦੂਸਰਿਆਂ ਦਾ ਭਾਰ ਆਪਣੇ ਸਿਰ ਤੇ ਲੈ ਕੇ ਚੱਲਦੇ ਨੇ ਇਹੋ ਜਿਹੇ ਵੀ ਮਹਾਰਾਜ ਕਹਿੰਦੇ ਅਣਗਿਣਤ ਹੀ ਹਨ ਜੀ। ਨਾਨਕ ਨੀਚ ਕਹੈ ਵਿਚਾਰ। ਕਿਉਂਕਿ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੀਚ ਲੋਕਾਂ ਦੀ ਵਿਚਾਰ ਸਤਿਗੁਰੂ ਜੀ ਦੱਸ ਰਹੇ ਹਨ। ਤੇ ਨਾਨਕ ਨੀਚ ਕਹੈ ਵਿਚਾਰ ਸੰਪਰਦਾ ਦੇ ਵਿੱਚ ਜਿਹੜਾ ਅਰਥ ਹੈ ਉਹ ਵਿਸਰਾਮ ਹੈ ਇਸ ਪੰਕਤੀ ਦਾ, ਉਹ ਨਾਨਕ ਤੇ ਹੀ ਲਾਇਆ ਜਾਂਦਾ। ਨਾਨਕ ਨੀਚ ਕਹੈ ਵਿਚਾਰ ਵੀ ਕਿਉਂਕਿ ਇਸ ਪੌੜੀ ਦੇ ਵਿੱਚ ਸਾਰੇ ਅਸੰਖ ਮੂਰਖ ਨਿੰਦਕੋ ਉਹ ਆ ਸ਼ਬਦ ਆਉਣ ਕਰਕੇ ਤੇ ਸਤਿਗੁਰੂ ਜੀ ਉਹਨਾਂ ਨੀਚਾਂ ਦੇ ਬਾਰੇ ਕਹਿ ਰਹੇ ਹਨ, ਉਹਨਾਂ ਨੀਚਾਂ ਦੀ ਵਿਚਾਰ ਕਰਦੇ ਹਨ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇਖੋ ਕਿਸੇ ਨੂੰ ਸਮਝਾਉਣ ਵਾਸਤੇ ਜੇ ਇਹਦਾ ਅਰਥ ਕਰਨ ਵਾਸਤੇ ਅਸੀਂ ਨੀਚ ਤੇ ਵੀ ਜੇ ਵਿਸਰਾਮ ਲਾਉਂਦੇ ਆ ਵੀ ਕਿੰਨੀ ਨਿਮਰਤਾ ਦੇ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਝੂਠੇ ਨੇ, ਹਰਾਮਖੋਰ ਨੇ। ਤੇ ਉਹਨਾਂ ਦਾ ਤਰੀਕਾ ਵੇਖੋ ਸਮਝਾਉਣ ਦਾ, ਜਿਵੇਂ ਕਿਸੇ ਮਾੜੇ ਬੰਦੇ ਨੂੰ ਸਮਝਾਉਣਾ ਹੋਵੇ ਉਹਨਾਂ ਦੀ ਲਾਈਨ ਦੇ ਵਿੱਚ ਫਿਰ ਖੜਨਾ ਪੈਂਦਾ ਵਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਇਹਦਾ ਅਰਥ ਇਹ ਵੀ ਬਣਦਾ ਨਾਨਕ ਨੀਚ ਕਹੈ ਵਿਚਾਰ। ਪਰ ਆਪਾਂ ਬੋਲ ਨਹੀਂ ਸਕਦੇ, ਮਾਫੀ ਮੰਗਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਹੋ ਜਿਹੇ ਸ਼ਬਦ। ਮਹਾਰਾਜ ਕਹਿੰਦੇ ਵੀ ਮੈਂ ਨੀਚ ਹਾਂ। ਦੇਖੋ ਕਿੰਨੀ ਨਿਮਰਤਾ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇੰਨੀ ਨਿਮਰਤਾ ਦੇ ਵਿੱਚ, ਇੰਨੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਕਹਿ ਦਿੱਤਾ ਵੀ ਮੈਂ ਨੀਚ ਹਾਂ, ਨਾਨਕ ਨੀਚ ਕਹੈ ਵਿਚਾਰ। ਇਸ ਲਈ ਕਿ ਉਹਨਾਂ ਨੂੰ ਹੌਸਲਾ ਮਿਲ ਜਾਵੇ, ਉਹ ਵੀ ਅੱਗੇ ਵੱਧ ਸਕਣ ਜਿਹੜੇ ਮਾੜੇ ਕੰਮ ਕਰਦੇ ਨੇ। ਇਹ ਜ਼ਿੰਦਗੀ ਦੇ ਵਿੱਚ ਕੂੜਿਆ ਝੂਠੇ ਬੰਦੇ ਹੀ ਨਾ ਰਹਿ ਜਾਣ, ਕਿਤੇ ਇਹ ਮੂਰਖ ਹੀ ਨਾ ਰਹਿ ਜਾਣ, ਇਹ ਨਿੰਦਕ ਹੀ ਨਾ ਰਹਿ ਜਾਣ, ਇਹ ਸਿਆਣੇ ਬਣ ਜਾਣ। ਗੁਰੂ ਦੀ ਸੰਗਤ ਹੀ ਐਸੀ ਆ ਜਿੱਥੇ ਗੁਰਮੁਖ ਪਿਆਰਿਓ ਮੂਰਖ ਨੂੰ ਵੀ ਬਖਤਾ ਬਣਾ ਦਿੰਦੀ ਆ। ਮਹਾਰਾਜ ਕਹਿੰਦੇ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਇਹ ਇਹੋ ਜੀ ਗੁਰੂ ਦੀ ਸੰਗਤ ਹੈ। ਵਾਰਿਆ ਨਾ ਜਾਵਾ ਏਕ ਵਾਰ। ਸਾਡੇ ਜੀਵਾਂ ਦੇ ਵਿੱਚ ਤਾਂ ਇੰਨੀ ਵੀ ਤਾਣ ਕਹੀਏ ਸ਼ਕਤੀ ਨਹੀਂ ਕਿ ਅਸੀਂ ਕਹਿ ਸਕੀਏ ਵੀ ਹੇ ਵਾਹਿਗੁਰੂ ਤੇਰੇ ਤੋਂ ਅਸੀਂ ਸਦਕੇ ਜਾਂਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹੀ ਚੰਗਾ ਹੈ ਜੋ ਤੈਨੂੰ ਭਾਉਂਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਦਾ ਸਲਾਮਤ ਆ, ਤੇਰੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਇਨਸਾਨ ਉੱਪਰ ਉੱਠ ਕੇ ਥੱਲੇ ਆ ਸਕਦਾ, ਡਿੱਗ ਸਕਦਾ, ਪਰ ਉਹ ਪਰਮੇਸ਼ਰ ਵਾਹਿਗੁਰੂ ਘਟਦਾ ਵੱਧਦਾ ਨਹੀਂ, ਉਹ ਇੱਕ ਰਸ ਹੀ ਹੈ, ਸਦਾ ਸਲਾਮਤ ਹੈ। ਅਸੰਖ ਨਾਵ ਅਸੰਖ ਥਾਵ। ਕਹਿੰਦੇ ਅਣਗਿਣਤ ਜੀਵ ਨੇ, ਅਣਗਿਣਤੀ ਉਹਨਾਂ ਦੇ ਨਾਮ ਨੇ। ਹਰ ਜੀਵ ਅੰਦਰ ਵਾਹਿਗੁਰੂ ਜੀ ਤੁਸੀਂ ਆਪ ਬੈਠੇ ਹੋ। ਅਨੇਕਾਂ ਜੀਵ ਨੇ ਜਿੱਥੇ ਤੇਰਾ ਨਿਵਾਸ ਹੋ ਰਿਹਾ ਹੈ। ਜਿਵੇਂ ਹਰ ਦੁੱਧ ਦੇ ਵਿੱਚ ਘਿਓ ਹੈ, ਹਰ ਲੱਕੜ ਦੇ ਵਿੱਚ ਅੱਗ ਹੈ, ਹਰ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਆਪ ਹੋ। ਸਾਰਿਆਂ ਥਾਵਾਂ ਤੇ ਆਪ ਰਵੇ ਹੋ। ਅਗੰਮ ਅਗੰਮ ਅਸੰਖ ਲੋ। ਮਨ ਕਰਕੇ ਬੁੱਧ ਕਰਕੇ ਤੇਰੇ ਕੋਲ ਕੋਈ ਪਹੁੰਚ ਨਹੀਂ ਸਕਿਆ। ਭਾਵ ਕਿਸੇ ਦੀ ਬੁੱਧ ਨੂੰ ਪਰਖਣਾ ਹੋਵੇ ਤਾਂ ਉਹਦੇ ਕੰਮ ਕਰਨ ਦੀ ਸਮਰੱਥਾ ਨੂੰ ਪਰਖਣਾ ਪਵੇਗਾ। ਕਿਸ ਗਿਆਨ ਦੇ ਨਾਲ ਇਹ ਕੰਮ ਕਰ ਰਿਹਾ ਹੈ।
ਉਹਦੇ ਕੀਤੇ ਕੰਮ ਤੋਂ ਉਹਦੇ ਗਿਆਨ ਨੂੰ ਪਰਖਿਆ ਜਾਂਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਫਿਰ ਆਪ ਸੰਭਾਲ ਕਰ ਰਿਹਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਅਗੰਮ ਨੇ। ਕੀ ਉਹਦੀ ਕੁਦਰਤ ਦੀ ਵਿਚਾਰ ਹੋ ਸਕਦੀ ਹੈ? ਇਹ ਪ੍ਰਸ਼ਨ ਹੈ। ਉਸ ਦੀ ਸ੍ਰਿਸ਼ਟੀ ਨੂੰ ਵੀ ਅਸੀਂ ਸਮਝ ਨਹੀਂ ਸਕਦੇ। ਫਿਰ ਕਹਿਣਾ ਪਵੇਗਾ ਸਾਡੀ ਮਤ ਬੁੱਧ ਤੇਰੇ ਤੱਕ ਗਮਨ ਨਹੀਂ ਕਰ ਸਕਦੀ। ਪੂਰਨ ਤੌਰ 'ਤੇ ਤੂੰ ਅਗੰਮ ਹੈ। ਗਮ ਦਾ ਅਰਥ ਹੈ ਚੱਲਣਾ, ਤੇ ਤੂੰ ਅਗੰਮ ਹੈ। ਸਾਡੀ ਮਤ ਬੁੱਧ ਤੇਰੇ ਤੱਕ ਗਮਨ ਨਹੀਂ ਕਰ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਅਸੰਖ, ਇਹ ਵੀ ਇੱਕ ਗਿਣਤੀ ਦਾ ਹਿੱਸਾ ਹੈ ਜਿਹਦਾ ਅਰਥ ਹੈ ਅਣਗਿਣਤ। ਪਰ ਤੇਰੇ ਨਾਲ ਤਾਂ ਅਸੰਖ ਸ਼ਬਦ ਵੀ ਸ਼ੋਭਾ ਨਹੀਂ ਦਿੰਦਾ, ਕਿਉਂਕਿ ਤੂੰ ਅਸੰਖ ਗਿਆਨ ਦਾ ਸੋਮਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਵੀ ਇਹ ਪਦ ਕਹਿ ਤਾਂ ਦਿੱਤਾ ਅਸੰਖ, ਪਰ ਢੁਕਦਾ ਨਹੀਂ। ਮੇਰੇ ਕੋਲ ਉਹ ਸ਼ਬਦ ਨਹੀਂ ਜਿਹੜਾ ਤੇਰੇ ਨਾਲ ਜੋੜ ਸਕੀਏ। ਤੈਨੂੰ ਤਾਂ ਅਸੰਖ ਕਹਿਣਾ ਵੀ ਮੇਰੇ ਸਿਰ ਦੇ ਉੱਪਰ ਬੋਝ ਹੈ। ਅਸੰਖ ਕਹਿ ਸਿਰ ਭਾਰ ਹੋਏ। ਅਸੰਖ ਕਿਹਾ ਤਾਂ ਹੈ, ਪਰ ਮੇਰੇ ਸਿਰ ਤੇ ਭਾਰ ਹੈ। ਪਰਮਾਤਮਾ ਵਾਹਿਗੁਰੂ ਜੀ ਤੇਰੇ ਨਾਲ ਕੋਈ ਹਿੰਸਾ ਜੋੜਿਆ ਨਹੀਂ ਜਾ ਸਕਦਾ। ਅਖਰੀ ਨਾਮ ਅਖਰੀ ਸਲਾਹ। ਤੇਰਾ ਗਿਆਨ ਜੀਵਾਂ ਨੂੰ ਅੱਖਰਾਂ ਨਾਲ ਸਮਝਾਇਆ ਹੈ। ਅੱਖਰਾਂ ਦਾ ਸਹਾਰਾ ਲੈ ਕੇ ਤੇਰੀ ਸਿਫਤ ਸਲਾਹ ਕੀਤੀ ਹੈ। ਅਖਰੀ ਗਿਆਨ ਗੀਤ ਗੁਣ ਗਾਹ। ਇਹ ਲੋਕ ਗੀਤ ਨਹੀਂ ਗੁਰਬਾਣੀ। ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭੂ ਕੇ ਗੀਤ। ਪਰਮਾਤਮਾ ਦੀ ਸਿਫਤ ਸਲਾਹ ਹੈ। ਅਖਰੀ ਗਿਆਨ ਗੀਤ ਗੁਣ ਗਾਹਾ। ਤੇਰੇ ਗੁਣਾਂ ਨੂੰ ਜਾਣਿਆ ਹੈ ਤੇ ਜਗਤ ਨੂੰ ਦੱਸਣ ਲਈ ਅੱਖਰਾਂ ਦਾ ਸਹਾਰਾ ਲੈਣਾ ਪਿਆ ਹੈ। ਅਖਰੀ ਲਿਖਣ ਬੋਲਣ ਬਾਣ। ਇਹ ਧੁਰ ਕੀ ਬਾਣੀ ਹੈ। ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਤੇਰੇ ਗੁਣ ਅੱਖਰਾਂ ਨਾਲ ਲਿਖ ਦਿੱਤੇ ਜਾਂ ਸੁਣਾ ਦਿੱਤੇ ਹਨ, ਪਰ ਨਾਲ ਇਹ ਵੀ ਕਹਿ ਦਿੱਤਾ ਹੈ ਅੱਖਰਾ ਸਿਰ ਸੰਜੋਗ ਵਖਾਣ। ਸਾਰੀ ਜ਼ਿੰਮੇਵਾਰੀ ਅੱਖਰਾਂ ਦੇ ਸਿਰ ਤੇ ਲਾ ਦਿੱਤੀ ਹੈ। ਸੰਜੋਗ ਦਾ ਅਰਥ ਹੈ ਮਿਲਾਪ, ਬਖਾਣ ਦਾ ਅਰਥ ਹੁੰਦਾ ਹੈ ਬਖਿਆਨ ਕਰਨਾ। ਪਰਮੇਸ਼ਰ ਨੂੰ ਮਿਲਣ ਦਾ ਬਖਿਆਨ ਹੁਣ ਅੱਖਰਾਂ ਦੇ ਜ਼ਿੰਮੇ ਲਾ ਦਿੱਤਾ। ਤੇ ਇਹ ਉਹ ਅੱਖਰ ਨੇ ਜਿਹਦੇ ਵਿੱਚ ਵਾਹਿਗੁਰੂ ਦਾ ਪਰਮਾਤਮਾ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹਿ। ਜਿਨ੍ਹਾਂ ਨੇ ਇਹ ਅੱਖਰ ਲਿਖ ਦਿੱਤੇ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ। ਫਿਰ ਅਸੀਂ ਕੁਝ ਨਹੀਂ ਕੀਤਾ ਤੇ ਅਸੀਂ ਆਪ ਕੁਝ ਨਹੀਂ ਕਿਹਾ। ਜਿਵੇਂ ਫਰਮਾਨ ਹੋਇਆ ਉਹ ਕਹਿ ਦਿੱਤਾ ਹੈ। ਜਿਵ ਫਰਮਾਏ ਤਿਵ ਤਿਵ ਪਾਹੇ। ਵਿਚਿੱਤਰ ਨਾਟਕ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਵਚਨ ਕਰਦੇ ਨੇ ਕਿ ਸੰਸਾਰ ਤੇ ਮੈਂ ਉਹੀ ਕਰਨ ਵਾਸਤੇ ਆਇਆ ਜੋ ਮੈਨੂੰ ਉਸ ਵਾਹਿਗੁਰੂ ਨੇ ਹੁਕਮ ਕੀਤਾ ਸੀ। ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਜਗ ਮਾਹੇ। ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਉਸ ਵਾਹਿਗੁਰੂ ਨੇ ਫਰਮਾਇਆ ਉਸੇ ਤਰ੍ਹਾਂ ਹੀ ਮੈਂ ਸੰਸਾਰ ਦੇ ਵਿੱਚ ਆ ਕੇ ਕੀਤਾ ਹੈ। ਜੇਤਾ ਕੀਤਾ ਤੇਤਾ ਨਾਉ। ਜਿਨ੍ਹਾਂ ਨੇ ਇਹ ਬ੍ਰਹਮ ਗਿਆਨ ਦੇ ਬਚਨ ਕੀਤੇ ਨੇ ਉਹਨਾਂ ਨੇ ਇਹ ਕਿਹਾ ਹੈ ਵਾਹਿਗੁਰੂ ਇਹ ਤੇਰਾ ਬ੍ਰਹਮ ਗਿਆਨ ਹੈ। ਕਹਿਣ ਤੋਂ ਭਾਵ ਕਿ ਸਾਡੇ ਮਨ ਦਾ ਕੋਈ ਸੰਕਲਪ ਨਹੀਂ ਹੈ, ਸਾਡੇ ਮਨ ਨੇ ਕੋਈ ਦਖਲ ਨਹੀਂ ਦਿੱਤਾ। ਇਹ ਤਾਂ ਪਰਮੇਸ਼ਰ ਵਾਹਿਗੁਰੂ ਦਾ ਬ੍ਰਹਮ ਗਿਆਨ ਹੈ। ਬਿਨ ਨਾਵੈ ਨਾਹੀ ਕੋ ਥਾਉ। ਹਰ ਪੰਕਤੀ ਵਿੱਚ ਹਰ ਅੱਖਰ ਦੇ ਵਿੱਚ ਆਪ ਪਰਮੇਸ਼ਰ ਵਾਹਿਗੁਰੂ ਸਮਾਇਆ ਹੋਇਆ ਹੈ। ਕੋਈ ਅੱਖਰ ਐਸਾ ਨਹੀਂ ਜਿਹਦੇ ਵਿੱਚ ਬ੍ਰਹਮ ਗਿਆਨ ਨਾ ਹੋਵੇ। ਹਰ ਜਗ੍ਹਾ ਤੋਂ ਭਰਪੂਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਅੱਖਰ ਲਿਖੇ ਨੇ ਉਹ ਲਿਖਣ ਵਾਲੇ ਵੀ ਧੰਨ ਹਨ, ਤੇ ਜਿਨ੍ਹਾਂ ਨੇ ਇਹ ਅੱਖਰ ਲਿਖੇ ਨੇ ਉਹ ਕਲਮ ਵੀ ਧੰਨ ਹੈ, ਉਹ ਸਿਆਹੀ ਵੀ ਧੰਨ ਹੈ। ਜਿਸ ਭਾਂਡੇ ਦੇ ਵਿੱਚ ਸਿਆਹੀ ਪਾਈ ਉਹ ਭਾਂਡਾ ਵੀ ਧੰਨ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸਾਰੀ ਬਾਣੀ ਸੱਚ ਹੈ, ਨਿਰੰਕਾਰ ਹੈ, ਸੱਚ ਦੇ ਵਿੱਚ ਮਿਲਾਉਣ ਵਾਲੀ ਹੈ। ਇਹ ਸਾਰੀ ਕੁਦਰਤ ਦੀ ਵਿਚਾਰ ਇਹ ਹੈ ਕਿ ਤੂੰ ਅਨੰਤ ਗੁਣਾਂ ਦਾ ਸਾਗਰ ਹੈ। ਤੇਰੀ ਕੁਦਰਤ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾਂਦਾ। ਕੁਦਰਤ ਕਵਣ ਕਹਾ ਵਿਚਾਰ। ਕਹਿੰਦੇ ਹੇ ਵਾਹਿਗੁਰੂ ਜੀ
ਕੁਦਰਤ ਕਵਣ ਕਹਾ ਵਿਚਾਰ। ਸੱਚੇ ਤੋਂ ਪਵਨ ਹੁਕਮ, ਹੁਕਮ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ। ਤੇਰੀ ਕੁਦਰਤ ਦੀ ਵਿਚਾਰ ਨੂੰ ਕੋਈ ਵੀ ਨਹੀਂ ਕਰ ਸਕਦਾ। ਵਾਰਿਆ ਨਾ ਜਾਵਾ ਏਕ ਵਾਰ। ਅਸੀਂ ਕੀ ਕਹਿ ਸਕਦੇ ਹਾਂ ਤੇਰੇ ਤੋਂ, ਅਸੀਂ ਸਦਕੇ ਹੀ ਜਾਂਦੇ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ ਜੀ, ਜੋ ਕੁਝ ਤੈਨੂੰ ਭਾਵੇਂ ਚੰਗਾ ਲੱਗੇ ਬਸ ਉਹੀ ਸਾਨੂੰ ਪ੍ਰਵਾਨ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ। ਤੇਰੀ ਹੋਂਦ ਨੂੰ ਕੋਈ ਖਤਰਾ ਨਹੀਂ। ਤੂੰ ਇੱਕ ਰਸ ਹੈ ਤੇ ਸਾਰੇ ਜੀਵਾਂ ਦੇ ਵਿੱਚ ਤੂੰ ਆਪ ਬੈਠ ਕੇ ਸੰਭਾਲ ਕਰ ਰਿਹਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਸੋ ਇੱਥੇ ਤੱਕ 19 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਸਮਾਂ ਹੋ ਗਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਵਿਚਾਰ ਆਪਣੇ ਹਿਰਦੇ ਦੇ ਵਿੱਚ ਵਸ ਜਾਵੇ। ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਸਤਿਗੁਰੂ ਕਿਰਪਾ ਕਰਨ। ਅੱਗੇ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਮਹਾਰਾਜ, ਸਤਿਗੁਰਾਂ ਦੀ ਸੰਗਤ ਮਾਫੀ ਬਖਸ਼। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਇੰਟਰਨੈਟ ਰਾਹੀਂ YouTube ਰਾਹੀਂ ਕਥਾ ਸਰਵਣ ਕਰਦੇ ਹੋ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਹ ਸਮਾਂ ਲੇਖੇ ਦੇ ਵਿੱਚ ਲੱਗ ਜਾਵੇ। ਸੋ ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਕਰੀਏ ਜੀ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।